सत श्री अकाल, तुसीं देख रहे हो पंजाब मेल USA TV और मेरा नाम जतिंदर सिंह खैरा। वेकअप कॉल यानी कि प्रोग्राम अखबारनामा लैके मैं हाजिर हाँ। हर बार की तरह इस टाइम मेरे सामने ने US टुडे अमेरिका का नैशनल न्यूज़पेपर लिख रहा है टॉम ब्रैडी ग्रेटेस्ट गिफ्ट टू बकास मेकिंग दैम अ बिलीव इन दैमसेल्फ। अमेरिका ਦੇ ਵਿੱਚ ਜਿਹੜਾ ਹੈ ਯਾਨੀ ਕਿ ਇਹ ਕਹਿ ਲਿਓ ਕਿ ਜਿਹੜੀਆਂ ਡਿਵੈਲਪ ਕੰਟਰੀਜ਼ ਹੈ ਉਹਦੇ ਵਿੱਚ ਫੁੱਟਬਾਲ ਨੂੰ ਲੈ ਕੇ ਬਹੁਤ ਕ੍ਰੇਜ਼ ਹੈ ਔਰ ਇਸ ਵਾਰ ਫਿਰ ਅਸੀਂ ਦੇਖਿਆ ਕਿ ਇੱਕ ਵਾਰ ਫਿਰ ਤੋਂ ਫੁੱਟਬਾਲ ਜਿਹੜਾ ਹੈ ਉਹ ਆਪਣੀ ਨਵੀਂ ਬਾਊਲ ਸੀਰੀਜ਼ ਦੇ ਉੱਤੇ ਕੰਮ ਕਰ ਰਿਹਾ ਹੈ। ਦ ਟੌਮ ਬ੍ਰੈਡੀ brought his incredible talent and work ethic to Tampa, but his greatest asset was making Buccaneers believe they could become a Super Bowl champ। ਇਹਦੇ ਵਿੱਚ ਕੋਈ ਗੱਲ ਨਹੀਂ ਹੈ ਕਿ ਇਹ ਜਿਹੜੇ ਨੇ ਟੌਮ ਬ੍ਰੈਡੀ ਨੇ ਉਹ ਪਹਿਲਾਂ ਛੱਡ ਕੇ ਚਲੇ ਗਏ ਸੀਗੇ, ਜਿਹੜਾ ਆਪਣੀ ਹੋਮ ਟਾਊਨ ਹੈ ਉਸ ਤੋਂ ਬਾਅਦ ਇੰਗਲੈਂਡ ਦੇ ਕਿਸੇ ਕਲੱਬ ਦੇ ਨਾਲ ਐਸੋਸੀਏਟ ਹੋਏ, ਫਿਰ ਦੁਬਾਰਾ ਹੁਣ ਇਹਨਾਂ ਨੇ ਉੱਥੇ ਬਹੁਤ ਵਧੀਆ ਖੇਡਿਆ ਔਰ ਲਗਾਤਾਰ ਦੁਬਾਰਾ ਆ ਰਹੇ ਨੇ। ਵੈਲ ਇਸ ਨਿਊਜ਼ ਦੇ ਵਿੱਚ ਜੋ ਲਿਖਿਆ ਹੈ ਉਹਦੇ ਫਸਟ ਦੋ ਲਾਈਨਾਂ ਪੜਾਂਗਾ ਤੇ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਕਲੀਅਰ ਹੋ ਜਾਏਗਾ। ਦ ਟੌਮ ਬ੍ਰੈਡੀ ਵਾਂਟਡ ਟੂ ਫਰਦਰ ਸੋਲੀਡਿਫਾਈ ਦ ਮੈਂਟਲ ਫੋਰਟਿਊਡ ਆਫ ਹਿਜ਼ teammates during their march to the Super Bowl, so the quarterback, the sixth champion in search of number 7th। इस बार जो है कि वो बड़े बार चैंपियन रह चुके हैं और 7वीं बार होएगा कि इफ ही इज़ गेटिंग दैट टाइटल अगेन। इस तो अलावा US टुडे की गल करा तो US टुडे जो पूरा है वो इस चैंपियनशिप के नाल बनया हुआ है। फैन ऑन फाइल्ड ब्रीफली हॉल्ट सुपर बाउल 55 ड्यूरिंग फोर्थ क्वार्टर। एक होर हेडलाइन जी है इसी न्यूज़पेपर यानी US टुडे ने बनाई है। अ फैन ऑन फील्ड ब्रीफली हॉल्टेड प्ले ड्यूरिंग द फोर्थ क्वार्टर ऑफ सुपर बाउल 55 बिटवीन द तपा बे एंड बुकानरीज एंड कनासा सिटी चीफ्स। मतलब बहुत एक्साइटेड माहौल है अमेरिकन ਦੇ ਵਿੱਚ ਇਸ ਟਾਈਮ, क्योंकि ਜਦੋਂ ਕਹਿ ਅਸੀਂ ਫੁੱਟਬਾਲ ਦੀ ਕਰਦੇ ਹਾਂ ਤਾਂ ਹਰ ਕੋਈ ਐਕਸਾइटेड ਹੋ ਜਾਂਦਾ ਹੈ ਇਸ ਖਬਰ ਨੂੰ ਲੈ ਕੇ। ਅੱਗੇ ਇੱਕ ਹੋਰ ਹੈਡਲਾਈਨ ਜਿਹੜੀ ਹੈ ਉਹ ਵੀ ਇਸ ਨਿਊਜ਼ ਦੇ ਨਾਲ ਮਿਲਦੀ ਹੈ। 1000 ਆਫ ਬੁਕਾਸ ਫੈਨ ਸੈਲੀਬ੍ਰੇਟ ਇਨ ਟੈਪਾ ਸਟਰੀਟਸ। ਟੈਪਾ ਦੀ ਸਟਰੀਟਸ ਦੇ ਉੱਤੇ ਜਿਹੜੇ ਨੇ ਬੁਕਾਸ ਦੇ ਫੈਨ ਜਿਹੜੇ ਨੇ ਲਗਾਤਾਰ ਐਕਸਾइटेड ਨੇ ਔਰ ਦੇਖਣ ਵਾਲਾ ਹੋਏਗਾ ਕਿ ਅੱਗੋਂ ਕੀ ਹੁੰਦਾ ਹੈ। ਫਿਲਹਾਲ ਇਹ US ਟੁਡੇ ਨੇ ਅੱਜ ਪੂਰੀ ਜਿਹੜੀ ਇਹ ਚੀਜ਼ ਹੈ ਪੂਰਾ ਇਹ ਚੈਂਪੀਅਨਸ਼ਿਪ ਹੈ ਇਸ ਨੂੰ ਲੈ ਕੇ ਆਪਣੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਬਣਾਈਆਂ ਹੋਈਆਂ ਨੇ। ਵੈਲ ਅੱਗੇ ਵਧਦੇ ਤੇ ਵਾਲ ਸਟਰੀਟ ਜਰਨਲ ਕੀ ਲਿਖ ਰਿਹਾ। ਵਾਲ ਸਟਰੀਟ ਜਰਨਲ ਵੀ ਸੇਮ ਹੈਡਲਾइन ਜਿਹੜੀ ਹੈ यानी कि फुटबॉल ਨਾਲ ਰਿਲੇਟਡ ਹੈਡਲਾइन ਜਿਹੜੀ ਹੈ ਉਹਨੇ ਆਪਣੇ ਫਸਟ ਪੇਜ ਤੇ ਲਿਖੀ ਹੈ। ਦ ਟੈਪਾ ਬੇ ਐਂਡ ਬੁਕਾਨਰੀਜ਼ ਐਂਡ ਟੌਮ ਬ੍ਰੈਡੀ ਵਿਨ ਦ ਸੁਪਰ ਬਾਊਲ। ਸੁਪਰ ਬਾਊਲ ਚੈਲੰਜ ਜਿਹੜਾ ਹੈ ਸੁਪਰ ਬਾਊਲ ਚੈਂਪੀਅਨਸ਼ਿਪ ਹੈ ਇਹ ਵਿਨ ਸਕਦੇ ਨੇ ਬ੍ਰੈਡੀ ਜਿਹੜੇ ਨੇ ਉਹ ਇੱਕ ਵਾਰ ਫਿਰ ਤੋਂ ਹੀਰੋ ਬਣ ਕੇ ਆ ਸਕਦੇ ਨੇ ਅਮਰੀਕਨਸ ਦੇ ਲਈ। ਬ੍ਰੈਡੀ ਵਾਸ ਨੇਮ ਦ ਮੋਸਟ ਵੈਲਿਊਏਬਲ ਪਲੇਅਰ ਆਫਟਰ 31-9 ਵਿਨ ਓਵਰ Kansas City Chief। He won his 7th championship in his first season after leaving the New England Patriots। सो एक तरीके ਦੇ ਨਾਲ ਹਰ ਕੋਈ ਬ੍ਰੈਡੀ ਨੂੰ ਲੈ ਕੇ ਬਹੁਤ ਐਕਸਾइटेड ਹੈ। ਲੈਟਸ ਸੀ ਇਹ ਜਿਹੜੀ ਪੂਰੀ ਗੇਮ ਹੈ ਉਹ ਕਿਵੇਂ ਦੀ ਹੁੰਦੀ ਹੈ, ਕੌਣ ਜਿੱਤਦਾ ਹੈ, ਕਿਸ ਨੂੰ ਕੀ ਮਿਲਦਾ ਹੈ, ਇਹ ਤਾਂ ਟਾਈਮ ਦੱਸੇਗਾ। ਇਸ ਤੋਂ ਇਲਾਵਾ ਜਿਹੜਾ ਇਸ ਅਖਬਾਰ ਨੇ ਜਿਹੜੀ ਇੱਕ ਹੋਰ ਖਬਰ ਜਿਹੜੀ ਹੈਡਲਾਈਨ ਬਣਾਈ ਹੈ ਉਹ ਬਣਾਈ ਹੈ ਸੌਫਟ ਬੈਂਕ ਟਰਨ $11 ਬਿਲੀਅਨ ਪ੍ਰੋਫਿਟ ਹੈਲਪਡ ਬਾय DoorDash। ਸੌਫਟ ਬੈਂਕ ਦੀ ਗੱਲ ਕੀਤੀ ਹੈ ਕਿ ਸੌਫਟ ਬੈਂਕ ਜਿਹੜੀ ਹੈ ਉਹ $11 ਬਿਲੀਅਨ ਦੇ ਪ੍ਰੋਫਿਟ ਤੇ ਹਿੱਟ ਕਰ ਗਈ ਹੈ। ਸੌਫਟ ਬੈਂਕ ਗਰੁੱਪ ਰੋਡ ਰੈਡ ਹੌਟ stock market to the big quarterly profit, largely on the back of investment gains its vision funds। ਵਿਜ਼ਨ ਫੰਡ ਦੀ ਗੱਲ ਕੀਤੀ ਹੈ ਐਂਡ ਇਹ ਜਿਹੜੀ ਹੈ ਸੌਫਟ ਬੈਂਕ ਜਿਹੜੀ ਹੈ ਲਗਾਤਾਰ ਗਰੋ ਕਰ ਰਹੀ ਹੈ। ਦੀ ਸਟਾਕ ਐਕਸਚੇਂਜ ਦੇਖੀ ਜਾਵੇ ਤਾਂ ਲਗਾਤਾਰ ਇੱਕ ਪ੍ਰੋਫਿਟ ਦੇ ਵਿੱਚ ਜਾ ਰਹੀ ਹੈ। ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਵਾਲ ਸਟਰੀਟ ਹੈ ਉਹ ਬਿਜ਼ਨਸ ਨਿਊਜ਼ ਨੂੰ ਲੈ ਕੇ ਲਗਾਤਾਰ ਆਪਣੀ ਕਵਰੇਜ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਜਿਹੜੀਆਂ ਹੈਡਲਾਈਨਸ ਬਣਾਈਆਂ ਨੇ ਚਾਈਨਾ ਬੈਟਲਸ ਬੈਸਟ ਫॉर ਕੰਟਰੋਲ ਆਫ ਵਾਈਟਲ ਟੈਕਨੋਲੋਜੀ ਸਟੈਂਡਰਡ। ਚਾਈਨਾ ਦੀ ਖਬਰ ਹੈ ਕਿ ਚਾਈਨਾ ਟੈਕਨੋਲੋਜੀ ਦੇ ਉੱਤੇ ਕੈਪ ਕਰਨਾ ਚਾਹੁੰਦਾ ਹੈ, ਲਗਾਤਾਰ ਬੈਟਰ ਸਟੈਂਡਰਡ ਜਿਹੜੇ ਨੇ ਉਹ ਕ੍ਰੀਏਟ ਕਰ ਰਿਹਾ ਹੈ, ਨਿਊ ਐਜ ਕ੍ਰੀਏਟ ਹੋ ਰਹੇ ਨੇ। whoever has a control of industrial norms of telecommunication, electricity transmission and artificial intelligence in a position to dominate। ਜੇ ਬਾਕੀ ਸਾਰੇ ਇਹਨਾਂ ਗੱਲਾਂ ਦੀ ਗੱਲ ਇਹ ਚਾਹੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀਏ, ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਕਰ ਲਈਏ, ਇਲੈਕਟ੍ਰਿਸਿਟੀ ਟਰਾਂਸਮਿਸ਼ਨ ਦੀ ਗੱਲ ਕਰ ਲਈਏ, ਚਾਈਨਾ ਇਜ਼ ਆਲਵੇਜ਼ ਔਨ ਦ ਨੰਬਰ ਫਸਟ। ਸੋ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਕਿਵੇਂ ਰੱਖ ਰਹੇ ਨੇ ਇਸ ਪੂਰੀ ਡਿਟੇਲ ਨੂੰ ਵਾਲ ਸਟਰੀਟ ਜਰਨਲ ਨੇ ਪਬਲਿਸ਼ ਕੀਤਾ ਹੈ। ਇਸ ਤੋਂ ਇਲਾਵਾ ਗੱਲ ਕਰਾਂ ਤੇ ਬਾਈਡਨ ਡਿਸਾਈਡ ਵਾਟ ਟੂ ਡੂ ਵਿਦ ਦ ਬਾਰਡਰ ਵਾਲ एंड लैंड ओनर्स आर इन लिम्बो। लगातार ट्रांजिशन के उत्ते गल हो रही है। जो तो ट्रंप साहब चले गए ने, बाइडन साहब आए ने और बाइडन साहब ने नवीं ट्रांजिशन डिसीजन लए ने। उन्होंने विचों एक सी कि वॉल जिहड़ियां बन रही सीगियां जिन्होंने बॉर्डर वॉल कहते सीगे उन्होंने उत्ते हॉल्ट ला दिता सीगा, रोक दित्ती सीगी। द प्रेजिडेंट प्रॉमिस टू हॉल्ट कंस्ट्रक्शन बट लैंड ओनर्स फाइटिंग एमिनेंट डोमिनेंट डोंट नो द स्टेटस ऑफ देयर लैंड। बहुत सारे लोगों की लैंड जिहड़ी सीगी उहदे चले गई सीगी जिहड़ी असीं वॉल की गल कर रहे हैं, उन्होंने अजे तक भी उन्होंने
ਦੀ ਉਹ ਲੈਂਡ ਵਾਪਸ ਨਹੀਂ ਮਿਲੀ ਐਂਡ ਇਹਦੇ ਉੱਤੇ ਕੀ ਹੋਏਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ। ਅੱਗੇ ਵਧਦੇ ਹਾਂ ਤਾਂ ਵਾਸ਼ਿੰਗਟਨ ਪੋਸਟ ਨੇ ਵੀ ਬ੍ਰੈਡੀ ਨੂੰ ਲੈ ਕੇ ਹੈਡਲਾਈਨ ਬਣਾਈ ਹੈ, ਲਿਖਿਆ ਹੈ ਬੁਕਾਨੀਰਸ ਡਿਫੀਟ ਸ਼ੇਰਿਫ 31-9 as Tom Brady claims his 7th championship। wow, congratulations to Tom Brady and 7th championship again ਉਹਨਾਂ ਨੇ ਆਪਣੇ ਲਈ win ਕਰ ਲਈ ਹੈ। Tampa Bay and Buccaneers won their second Super Bowl in franchisee history behind Brady's 3 touchdown passes and impressive defensive performance against the Kansas City Chiefs हाई पावर्ड ऑफेंस। वाह, वैसे मैं देखा जाए तो चीफ उन्होंने भी बहुत अच्छा खेलिया है, बहुत अच्छा डिफेंस ही, पर कह रहे हैं कि डेस्टनी जिहदे वाल हुंदी है वो हमेशा जितदा है। सो ब्रैडी जिहड़ा है उन्हां दी वाल एक जिहड़ी है कह लो कि उन्होंने जित सीगी एंड बुकानीर्स डिफीट उन्होंने डिफीट किया 31-9 ਦੇ ਨਾਲ ਜਿਹੜਾ ਹੈ ਚੀਫਸ ਜਿਹੜੇ ਹੈ ਉਹਨਾਂ ਨੂੰ ਡਿਫੀਟ ਕਰ ਦਿੱਤਾ। ਵੈਲ ਪੂਰੀ ਜਿਹੜੀ ਨਿਊਜ਼ਪੇਪਰ ਦੀਆਂ ਹੈਡਲਾਈਨਸ ਹੈ ਤੇ ਉਹ ਸਾਰੀ ਇਹਨਾਂ ਨਾਲ ਬਣੀਆਂ ਹਨ। ਟੌਮ ਬ੍ਰੈਡੀ ਦਾ ਵਨ ਡੈਂਸਿਟੀ ਵਾਜ਼ ਤਾਪਾਸ ਬੇ ਪਰਫੈਕਟ ਮਿਸਿੰਗ ਪੀਸ। ਇੱਕ ਤਰੀਕੇ ਦੇ ਨਾਲ ਟੌਮ ਬ੍ਰੈਡੀ ਦੀ ਜਿਹੜੀ ਹੈ ਪੂਰੇ ਅਖਬਾਰ ਦੇ ਵਿੱਚ ਪ੍ਰਸ਼ੰਸਾ ਹੋ ਰਹੀ ਹੈ। ਟੌਮ ਬ੍ਰੈਡੀ ਇਜ਼ ਅ ਹੀਰੋ ਨਾਓ। ਇਸ ਤੋਂ ਇਲਾਵਾ ਜਿਹੜੀ ਹੈਡਲਾਈਨ ਬਣੀ ਹੈ ਉਹ ਇੰਪੀਚਮੈਂਟ ਨੂੰ ਲੈ ਕੇ ਬਣੀ ਹੈ, ਟਰੰਪ ਸਾਹਿਬ ਦੇ ਇੰਪੀਚਮੈਂਟ ਨੂੰ ਲੈ ਕੇ ਬਣੀ ਹੈ। ਐਜ਼ ਇੰਪੀਚਮੈਂਟ ਟ੍ਰਾਇਲ ਨੀਅਰ ਕੋਰਟ ਡਾਕੂਮੈਂਟ ਸਾਈਟ ਟਰੰਪਸ ਰੇਜ ਫਿਊਲਿੰਗ ਰੀਹੈਟ੍ਰਿਕ। ਲਗਾਤਾਰ ਇਹਦੇ ਬਾਰੇ ਗੱਲ ਹੋ ਰਹੀ ਹੈ। ਜੋ ਲਿਖਿਆ ਇਹਦੇ ਵਿੱਚ ਹੈ, ਐਜ਼ ਦ ਹਾਊਸ ਇੰਪੀਚਮੈਂਟ ਮੈਨੇਜਰ ਪ੍ਰੀਪੇਅਰ ਟੂ ਆਰਗੂ ਦੈਟ ਦ former president incite his supporter evidence in a criminal case show how many were motivated by his attack on the elections। लगातार ਅਸੀਂ ਦੇਖਿਆ ਕਿ ਟਰੰਪ ਸਾਹਿਬ ਬੜੇ ਇਰਾਟਿਕ ਰਹੇ ਨੇ। ਇਰਾਟਿਕ ਉਹਨਾਂ ਦੀਆਂ ਸਟੇਟਮੈਂਟਸ ਇਦਾਂ ਦੀਆਂ ਰਹੀਆਂ ਨੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਕਿਸੇ ਨਾ ਕਿਸੇ ਦੇ ਉੱਤੇ ਹਾਵੀ ਹੋਣਾ ਚਾਹੁੰਦੇ ਨੇ। ਜਦੋਂ ਆਪਣੇ ਉਹ ਸਪੋਰਟਰਸ ਨੂੰ ਐਡਰੈਸ ਕਰਦੇ ਨੇ ਤੇ ਇਹ ਰੁਖ ਉੱਥੇ ਵੀ ਵਰਤਦੇ ਨੇ ਔਰ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਹੈ, ਉਹਨਾਂ ਦੀਆਂ ਜਿਹੜੀਆਂ ਵੋਟਸ ਨੇ ਉਹ ਚੁਰਾਈਆਂ ਗਈਆਂ ਨੇ, ਉਹ ਅਜੇ ਵੀ ਜਿੱਤ ਦੇ ਹੱਕਦਾਰ ਨੇ। ਸੋ ਇੱਕ ਤਰੀਕੇ ਦੇ ਨਾਲ ਟਰੰਪ ਜਿਹੜੇ ਨੇ ਉਹ ਅਜੇ ਵੀ ਖਤਰਾ ਹੋ ਸਕਦੇ ਨੇ ਅਮਰੀਕਨ ਲਈ, ਅਮਰੀਕਨ ਡੈਮੋਕ੍ਰੇਸੀ ਲਈ, ਅਮਰੀਕਨ ਐਡਮਿਨਿਸਟ੍ਰੇਟਿਵ ਦੇ ਲਈ। ਸੋ ਲੈਟਸ ਸੀ ਕੱਲ ਇੰਪੀਚਮੈਂਟ ਟ੍ਰਾਇਲ ਦੇ ਉੱਤੇ ਸੁਣਵਾਈ ਹੈ ਸੀਨੇਟ ਦੇ ਵਿੱਚ, ਕੀ ਹੁੰਦਾ ਹੈ ਇਹ ਕੱਲ ਦੱਸੇਗਾ। ਕੱਲ ਬਹੁਤ ਵੱਡਾ ਦਿਨ ਹੈ ਅਮਰੀਕਨ ਹਿਸਟਰੀ ਦੇ ਵਿੱਚ। ਵੈਲ ਇਹ ਸੀ ਵਾਸ਼ਿੰਗਟਨ ਪੋਸਟ। ਅੱਗੇ ਵਧਣਾ ਤੇ ਨਿਊਯਾਰਕ ਪੋਸਟ ਨੇ ਕੀ ਲਿਖਿਆ ਹੈ। ਵੈਲ ਨਿਊਯਾਰਕ ਪੋਸਟ ਜਿਹੜਾ ਹੈ ਇੱਕ ਸੀਰੀਅਸ ਨਿਊਜ਼ਪੇਪਰ ਹੈ ਔਰ ਹਮੇਸ਼ਾ ਵੱਡੀਆਂ ਖਬਰਾਂ ਨੂੰ ਆਪਣੇ ਫਰੰਟ ਤੇ ਰੱਖਦਾ ਆਇਆ ਹੈ ਔਰ ਇਸ ਵਾਰ ਵੀ ਇਹਨਾਂ ਨੇ ਇੰਪੀਚਮੈਂਟ ਦੀ ਖਬਰ ਜਿਹੜੀ ਹੈ ਫਰੰਟ ਤੇ ਰੱਖੀ ਹੈ। ਇੰਪੀਚਮੈਂਟ ਕੇਸ ਏਮਸ ਟੂ ਮਾਰਸ਼ਲ ਆਊਟਰੇਜ ਆਫ ਕੈਪੀਟਲ ਅਟੈਕ। ਇਹਦੇ ਉੱਤੇ 3 ਜਿਹੜੀਆਂ ਸਬ ਹੈਡਲਾਈਨਸ ਬਣਾ ਰੱਖੀਆਂ ਇਹਨਾਂ ਨੇ। ਦ ਪ੍ਰੋਸੀਕਿਊਟਰ ਮੈਨੇਜਿੰਗ ਫਾਰਮਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ's second impeachment trial are armed with a lesson for his first। This time they plan to deliver a fast-paced video heavy presentation to confront Republicans with their fury they felt around riot on 6 Jan। ਸੋ ਇੱਕ ਤਰੀਕੇ ਨਾਲ ਪੂਰੀ ਤਰੀਕੇ ਦੇ ਨਾਲ ਗੇਅਰ ਅਪ ਹੋਇਆ ਹੈ। ਜੇ ਅਸੀਂ ਟਰੰਪ ਦੀ ਲੀਗਲ ਟੀਮ ਦੀ ਗੱਲ ਕਰੀਏ ਤਾਂ ਉਹ ਵੀ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬੈਕਅਪ ਕਰਕੇ ਇੱਕ ਤਰੀਕੇ ਦੇ ਨਾਲ ਪੂਰਾ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਦੇ ਬਾਅਦ ਇੱਕ ਡਾਕੂਮੈਂਟ ਰੈਡੀ ਲੈ ਕੇ ਆਉਂਦੀ ਹੈ। ਇਸ ਦੇ ਨਾਲ ਜੇ ਆਪਾਂ ਗਵਰਨਰ ਜਾਂ ਮੈਨੇਜਿੰਗ ਡਾਇਰੈਕਟਰ ਦੀ ਗੱਲ ਕਰੀਏ ਸੀਨੇਟ ਦੀ ਤਾਂ ਉਹ ਵੀ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ। ਇਸ ਤੋਂ ਇਲਾਵਾ ਜੇ ਗੱਲ ਕੀਤਾ ਜਾਵੇ ਤਾਂ ਟਰੰਪ ਨੂੰ ਲੈ ਕੇ ਹੀ ਵੱਖਰੀਆਂ ਖਬਰਾਂ ਬਣਾਈਆਂ ਹੋਈਆਂ ਨੇ। ਟਰੰਪ ਦੀ ਹਿਸਟਰੀ, ਟਰੰਪ ਦਾ 6 ਜਨਵਰੀ ਵਾਲਾ ਟਰਾਇਲ, ਉਹਨੂੰ ਲੈ ਕੇ ਪੂਰੇ ਡਿਟੇਲਿੰਗ ਦੇ ਨਾਲ ਇਹ ਪੂਰਾ ਫਸਟ ਪੇਜ ਜਿਹੜਾ ਹੈ ਇਹਨਾਂ ਨੇ ਨਿਊਯਾਰਕ ਟਾਈਮਸ ਨੇ ਕਵਰ ਕੀਤਾ ਹੈ। ਸੋ ਇਹ ਸੀ ਅਮਰੀਕਨ ਨਿਊਜ਼ਪੇਪਰ ਜਿਹੜੇ ਕਿ ਇੰਪੀਚਮੈਂਟ ਵੱਲ ਗੱਲ ਕਰ ਰਹੇ ਨੇ, ਫੁੱਟਬਾਲ ਦੀ ਗੱਲ ਕਰ ਰਹੇ ਨੇ, ਬ੍ਰੈਡੀ ਦਾ ਵਿਨਰ ਦੀ ਗੱਲ ਕਰ ਰਹੇ ਨੇ। ਵੈਲ ਹੁਣ ਅਸੀਂ ਅੱਗੇ ਵਧਦੇ ਹਾਂ, ਦੇਖਦੇ ਹਾਂ ਸਾਡੇ ਇੰਡੀਅਨ ਨੈਸ਼ਨਲ ਨਿਊਜ਼ਪੇਪਰ ਕੀ ਕਰ ਰਹੇ ਨੇ। ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕਰਾਂ ਤਾਂ ਇੰਗਲਿਸ਼ ਟ੍ਰਿਬਿਊਨ ਨੇ ਉੱਤਰਾਖੰਡ ਗਲੇਸ਼ੀਅਰ ਬਸਟ ਵਾਲੀ ਜਿਹੜੀ ਖਬਰ ਹੈ ਉਹਨੂੰ ਪਹਿਲੇ ਨੰਬਰ ਤੇ ਰੱਖਿਆ ਹੈ। ਲਿਖ ਰਹੇ ਨੇ ਉੱਤਰਾਖੰਡ ਗਲੇਸ਼ੀਅਰ ਬਸਟ 10 killed in flash flood over 125 is still missing। ਇਹ ਇਹਨਾਂ ਦੀ ਹੈਡਲਾਈਨ ਹੈ। ਵੈਲ ਜੇ ਗੱਲ ਕਰਾਂ ਇਸ ਨਿਊਜ਼ ਦੀ ਤਾਂ ਇਹਨਾਂ ਨੇ ਪੂਰੀ ਡਿਟੇਲ ਦਿੱਤੀ ਹੋਈ ਹੈ ਨਿਊਜ਼ ਨੂੰ। ਅ ਪਰਸਨ ਵਰ ਕਿਲਡ ਐਂਡ ਓਵਰ 125 ਮਿਸਿੰਗ ਆਫਟਰ ਅ ਪੋਰਸ਼ਨ ਆਫ ਨੰਦਾ ਦੇਵੀ ਗਲੇਸ਼ੀਅਰਸ ਬ੍ਰੋਕ ਆਫ ਇਨ ਉੱਤਰਾਖੰਡ। ਚਮੋਲੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈ ਕੱਲ ਗਲੇਸ਼ੀਅਰ ਜਿਹੜਾ ਹੈ ਉਹ ਬਸਟ ਹੁੰਦਾ ਹੈ। ਉਸ ਤੋਂ ਬਾਅਦ 10 ਲੋਕ ਜਿਹੜੇ ਉਹਨਾਂ ਦੀ ਲਾਸ਼ਾਂ ਮਿਲਦੀਆਂ ਨੇ ਔਰ ਉਹ ਜਿਹੜੀ ਇੱਕ ਕਿਆ ਖਦਸ਼ਾ ਹੈ ਉਹ ਹੈ ਕਿ 150 ਤੋਂ ਵੱਧ ਜਿਹੜੇ ਨੇ ਇਸ ਪੂਰੀ ਘਟਨਾ ਦੇ ਵਿੱਚ ਉਹਨਾਂ ਜਾਨਾਂ ਤੋਂ ਹੱਥ ਧੋ ਗਏ ਨੇ। ਵੈਲ ਇਹ ਪੂਰੀ ਜਿਹੜੀ ਡਿਟੇਲ ਹੈ ਇਸ ਟ੍ਰਿਬਿਊਨ ਨੇ ਇਸ ਖਬਰ ਦੀ ਛਾਪੀ ਹੋਈ ਹੈ। ਰਿਸ਼ੀ ਗੰਗਾ ਪ੍ਰੋਜੈਕਟ ਵਾਸ਼ਡ ਅਵੇ, ਇਹ ਵੀ ਲਿਖਿਆ ਹੈ ਕਿ ਜਿਹੜਾ ਰਿਸ਼ੀ ਗੰਗਾ ਪ੍ਰੋਜੈਕਟ ਸੀਗਾ ਉਹ ਵੀ ਇਸ ਦੇ ਨਾਲ ਵਹਿ ਗਿਆ ਹੈ। ਤਕਰੀਬਨ ਜਿਹੜਾ ਸੀਗਾ 13.2 ਮੈਗਾਵਾਟਸ ਹਾਈਡਰੋ ਪ੍ਰੋਜੈਕਟ ਸੀ ਇਹ ਰਿਸ਼ੀ ਗੰਗਾ ਰਿਵਰਸ ਦੇ ਉੱਤੇ, ਇਹ ਵੀ ਇਸ ਗਲੇਸ਼ੀਅਰ ਦੇ ਬਸਟ ਹੋਣ ਦੇ ਨਾਲ ਵਹਿ ਗਿਆ ਹੈ। ਇਹਨਾਂ ਨੇ ਇੱਕ ਹੋਰ ਹੈਡਲਾਈਨ ਜਿਹੜੀ ਹੈ ਸਬ ਹੈਡਲਾਈਨ ਬਣਾਈ ਹੋਈ ਹੈ, ਉਹ ਲਿਖਿਆ ਹੈ ਕਿ ਸਟੱਡੀ ਹੈਡ ਵਾਰਨਡ of melting glaciers। A 2019 study had warned that climate change was affecting Himalaya glaciers that were melting twice as fast since the
ਸਟਾਰਟ ਆਫ ਦਿਸ ਸੈਂਚੁਰੀ, ਯਾਨੀ ਕਿ ਜਦੋਂ ਆਪਾਂ ਕਹੀਏ ਕਿ ਸੈਂਚੁਰੀ ਦੀ ਸ਼ੁਰੂਆਤ ਹੋਈ ਹੈ, ਲਗਾਤਾਰ ਗਲੇਸ਼ੀਅਰ ਮੈਲਟ ਹੋ ਰਹੇ ਨੇ ਔਰ ਇਹ ਸਟੱਡੀ ਜਿਹੜੀ ਹੈ ਲਗਾਤਾਰ ਪ੍ਰੂਵ ਕਰ ਰਹੀ ਸੀ। ਐਂਡ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਫੁੱਲ ਪ੍ਰੂਫ ਸਿਸਟਮ ਬਣਾਵੇ, ਇੱਕ ਅਲਾਰਮ ਸਿਸਟਮ ਬਣਾਵੇ ਜਿਹੜਾ ਕਿ ਇਸ ਦੀਆਂ ਘਟਨਾ ਹੋਣ ਤੋਂ ਪਹਿਲਾਂ ਅਲਾਰਮਿੰਗ ਐਸੋਸੀਏਸ਼ਨ ਦੇ ਤਾਂ ਜੋ ਜਿਹੜਾ ਕੁਝ ਹੱਲ ਕੀਤਾ ਜਾ ਸਕੇ, ਐਟਲੀਸਟ ਲੋਕਾਂ ਦੀ ਜਿਹੜੀ ਜਾਨ ਜਾਂਦੀ ਹੈ ਉਹ ਬਚਾਈ ਜਾ ਸਕੇ। ਬਹੁਤ ਸਾਰੇ ਲੀਡਰਸ ਜਿਹੜੇ ਨੇ ਉਹ ਇਸ ਤੇ ਸਟੇਟਮੈਂਟ ਦੇ ਰਹੇ ਨੇ, ਬਾਕਸ ਪੌਕ ਬਣਾ ਕੇ ਸਟੇਟਮੈਂਟ ਨੂੰ ਐਂ ਲਿਖਿਆ ਹੋਇਆ ਹੈ, ਭਾਰਤੀ ਜੋ ਹੈ had opposed projects on Ganga. Minister, I was against power project on Ganga. It is a main tributary, BJP ਲੀਡਰ ਉਮਾ ਭਾਰਤੀ claimed। ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦੀ ਨਹੀਂ ਸੀਗੀ ਕਿ ਇਸ ਦੇ ਉੱਤੇ ਇਹ ਬਣੇ ਕਿਉਂਕਿ ਮੇਨ ਟ੍ਰਿਬਿਊਟਰੀ ਜਾਂਦੀ ਹੈ, ਮੇਨ ਸੰਗਮ ਹੈ, ਇਸ ਲਈ ਇਹਦੇ ਉੱਤੇ ਇਹ ਚੀਜ਼ਾਂ ਨਹੀਂ ਬਣਨੀਆਂ ਚਾਹੀਦੀਆਂ। ਹੈਡਲਾਈਨ ਲਿਖਦੇ ਨੇ, ਟਿਕਾਇਤ ਸਟੈਪਸ ਅਪ ਪ੍ਰੈਸ਼ਰ PM ਟੂ ਸਟੇਟ ਪੋਜੀਸ਼ਨ ਇਨ ਰਾਜ ਸਭਾ ਟੂਡੇ। ਇਹ ਦੱਸਿਆ ਗਿਆ ਹੈ ਕਿ ਲਗਾਤਾਰ ਜਿਹੜੀ ਹੈ ਗਵਰਨਮੈਂਟ ਹੈ ਉਹ ਆਪਣੇ ਸਟੈਂਡ ਤੇ ਅੜਿੱਕ ਹੈ ਐਂਡ ਜਿਹੜੇ ਲੋਕ ਨੇ ਜਿਹੜੇ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਵਿੱਚੋਂ ਰਾਕੇਸ਼ ਟਿਕਾਇਤ ਇੱਕ ਹੀਰੋ ਦੀ ਤਰ੍ਹਾਂ ਉੱਭਰੇ ਸੀ, ਉਹ ਆਪਣੇ ਸਟੈਂਡ ਦੇ ਉੱਤੇ ਅਟਲ ਨੇ। ਵਾਹ ਲਿਖਿਆ ਹੈ, ਅ ਡੇ ਬਿਫੋਰ PM ਨਰਿੰਦਰ ਮੋਦੀ ਇਜ਼ ਐਕਸਪੈਕਟਡ ਟੂ articulate his government stand on the continuations for farmer law in Rajya Sabha, BKU leader Rakesh Tikait on Sunday stepped up pressure on government, declaring there would be no ਘਰ ਵਾਪਸੀ till the farmer demand were met। ਉਹਨਾਂ ਨੇ ਕਿਹਾ ਕਿ ਉਦੋਂ ਤੱਕ ਅਸੀਂ ਘਰ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਸਾਡੀਆਂ ਜਿਹੜੀਆਂ ਡਿਮਾਂਡ ਹੈ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਨੇ ਜਿਹੜਾ ਹੈ ਥੈਂਕਸ ਗਿਵਿੰਗ ਦੇ ਉੱਤੇ ਜਿਹੜਾ ਹੈ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਦੋਂ ਮੋਦੀ ਸਾਹਿਬ ਬੋਲਦੇ ਨੇ ਕਿ ਜੇ ਸੁਣ ਲੈਂਦੇ ਤਾਂ ਲੋਕਤੰਤਰ ਦੀ ਬਹੁਤ ਵੱਡੀ ਮਰਿਆਦਾ ਰਹਿ ਜਾਣੀ ਸੀ, ਪਰ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ ਕਿ ਲੋਕ ਜਿਹੜੇ ਨੇ, ਆਮ ਲੋਕ ਨੇ, ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਵੀ ਕਾਮਨਰ ਦੀ ਗੱਲ ਕਰਦੇ ਹਾਂ, ਤਾਂ ਉਹ ਕਾਮਨਰ ਜਿਹੜੇ ਨੇ 2 ਮਹੀਨਿਆਂ ਤੋਂ ਵੱਧ ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ, ਗਾਜ਼ੀਪੁਰ ਬਾਰਡਰ ਦੇ ਉੱਤੇ ਲਗਾਤਾਰ ਡਟੇ ਹੋਏ ਨੇ। ਸ਼ਾਇਦ ਉਹਨਾਂ ਨੂੰ ਸੁਣਨਾ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਅਸੀਂ ਫਾਰਮਲ ਭਾਸ਼ਣ ਦੀ ਗੱਲ ਕਰਦੇ ਹਾਂ, ਇੱਕ ਫਾਰਮਲ ਸਪੀਚ ਦੀ ਗੱਲ ਕਰਦੇ ਹਾਂ, ਉਸ ਗੱਲ ਤੋਂ ਜ਼ਿਆਦਾ ਜ਼ਰੂਰੀ ਉਹਨਾਂ ਨੂੰ ਸੁਣਨਾ ਹੈ। ਇਸ ਤੋਂ ਇਲਾਵਾ ਅਵੇਟਿੰਗ ਕੰਕਰੀਟ ਪ੍ਰਪੋਜ਼ਲ ਫॉर ਟਾਕ ਗਵਰਨਮੈਂਟ, ਯੂਨੀਅਨ ਮਿਨਿਸਟਰ ਪਿਊਸ਼ ਗੋਇਲ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਕੋਈ ਕੰਕਰੀਟ ਪ੍ਰਪੋਜ਼ਲ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਾਂਗੇ। ਅਸੀਂ ਵੇਟ ਕਰ ਰਹੇ ਹਾਂ ਕਿ ਜਿਹੜੇ ਸੰਯੁਕਤ ਮੋਰਚਾ ਦੇ ਲੋਕ ਨੇ ਉਹ ਕੋਈ ਕੰਕਰੀਟ ਪ੍ਰਪੋਜ਼ਲ ਲੈ ਕੇ ਆਉਣ, ਪਰ ਇਹ ਭੁੱਲ ਰਹੇ ਨੇ। ਇਹ ਮੋਦੀ ਸਾਹਿਬ ਉਹੀ ਨੇ ਜਿਹੜੇ ਕਹਿ ਰਹੇ ਸੀ ਕਿ ਮੈਂ ਸਿਰਫ ਤੇ ਸਿਰਫ ਇੱਕ ਕਾਲ ਦਾ ਵੇਟ ਕਰ ਰਿਹਾ ਹਾਂ, ਆਮ ਅ ਕਾਲ ਅਵੇ। ਹੁਣ ਉਹਨਾਂ ਨੂੰ ਕੀ ਲੱਗ ਰਿਹਾ ਕਿ ਕਿਹੜਾ ਕੰਕਰੀਟ ਪ੍ਰਪੋਜ਼ਲ ਆਉਣਾ ਹੈ। 11 ਗੇਟ ਦੀ ਮੀਟਿੰਗ ਹੁੰਦੀ ਹੈ, 11 ਗੇਟ ਦੀ ਮੀਟਿੰਗ ਦੇ ਵਿੱਚ ਵੀ ਸ਼ਾਇਦ ਇਫ ਯੂ ਕੈਨ ਨਾਟ ਸਟੈਂਡ ਵਿਦ ਯੋਰ ਕੰਕਰੀਟ ਪ੍ਰਪੋਜ਼ਲ, ਔਰ ਤੁਸੀਂ ਇਹ ਸਮਝਾ ਨਹੀਂ ਸਕਦੇ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਤੁਸੀਂ ਕਾਮਨਰ ਕਹਿੰਦੇ ਹੋ, ਤਾਂ ਫਿਰ ਕਿਤੇ ਨਾ ਕਿਤੇ ਮੈਂ ਅੱਗੇ ਵੀ ਕਿਹਾ ਸੀ ਕਿ ਗਵਰਨਮੈਂਟ ਦਾ ਬਹੁਤ ਵੱਡਾ ਫੇਲੀਅਰ ਹੈ। ਇਹਨਾਂ ਨੇ ਇੱਕ ਛੋਟੇ ਕਾਲਮ ਦੀ ਹੈਡਲਾਈਨ ਬਣਾਈ ਹੈ, ਉਹਦੇ ਵਿੱਚ ਲਿਖਿਆ ਵੈਸਟਡ ਇੰਟਰਸਟ ਐਟ ਪਲੇ ਇੰਡੀਆ ਔਨ ਕੇ ਰੈਜ਼ੋਲੂਸ਼ਨ। ਜੇ ਮੈਂ ਇਹ ਖਬਰ ਦੀ ਡਿਟੇਲ ਦੱਸਾਂ ਤੇ ਇਹ ਖਬਰ ਦੇ ਵਿੱਚ ਦੱਸਿਆ ਸੀ ਕਿ ਨਿਊਯਾਰਕ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਗਵਰਨਰ ਨੂੰ ਇੱਕ ਅਪੀਲ ਕੀਤੀ ਹੈ ਲੋਕਾਂ ਨੇ ਕਿ ਜਿਹੜਾ 5 ਫਰਵਰੀ ਹੈ ਉਹਨੂੰ ਅਮਰੀਕੀ ਕਸ਼ਮੀਰੀ ਜਿਹੜਾ ਦਿਨ ਹੈ ਉਹਦੇ ਬਤੌਰ ਮਨਾਇਆ ਜਾਵੇ, ਪਰ ਇਸ ਦੇ ਉੱਤੇ ਜਿਹੜੀ ਸਪੋਰਟ ਹੈ, ਇਸ ਦੇ ਉੱਤੇ ਜਿਹੜਾ ਰਿਐਕਸ਼ਨ ਸਾਡੀ ਇੰਡੀਅਨ ਗਵਰਨਮੈਂਟ ਦਾ ਹੈ, ਉਹਨਾਂ ਨੇ ਕਿਹਾ ਕਿ ਇਹ ਕਿਤੇ ਨਾ ਕਿਤੇ ਲੋਕ ਆਪਣੇ ਪਰਸਨਲ ਹਿੱਤ ਦੇ ਲਈ, ਆਪਣੇ ਨਿੱਜੀ ਹਿੱਤਾਂ ਦੇ ਲਈ ਸਾਡੇ ਦੇਸ਼ ਦੀ ਰੱਖਿਆ, ਮਰਿਆਦਾ ਔਰ ਇਹਦੀ ਜਿਹੜੀਆਂ ਫਲਾਵਰਸ ਨੇ ਵੱਖਰੇ ਵੱਖਰੇ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਪੁਆਇੰਟ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ 18 ਮਹੀਨੇ ਉੱਥੇ ਇੰਟਰਨੈਟ ਬੰਦ ਰੱਖਦੇ ਹਾਂ, 18 ਮਹੀਨੇ ਲੋਕਾਂ ਨੂੰ ਉਹਨਾਂ ਦੀ ਜਿਹੜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਤੋਂ ਬੰਦ ਰੱਖਦੇ ਹਾਂ, ਉਦੋਂ ਸਭ ਤੋਂ ਵੱਡਾ ਕਾਂਡ ਜਿਹੜਾ ਹੈ ਅਸੀਂ ਆਪਣੇ ਲੋਕਾਂ ਦਾ ਆਪ ਕਰਦੇ ਹਾਂ। ਵੈਲ ਇਹ ਸੀ ਜੀ ਇੰਗਲਿਸ਼ ਟ੍ਰਿਬਿਊਨ। ਅੱਗੇ ਵਧਣਾ ਤੇ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ। ਵੈਲ ਪੰਜਾਬੀ ਟ੍ਰਿਬਿਊਨ ਜਿਹੜੀ ਹੈ ਉਹਨੇ ਉੱਤਰਾਖੰਡ ਰਾਜ ਦੀ ਇੱਕ ਵਾਰ ਫਿਰ ਤੋਂ ਖਬਰ ਬਣਾਈ ਹੈ। ਉੱਤਰਾਖੰਡ ਵਿੱਚ ਬਰਫ਼ ਦੇ ਧੋਦੇ ਡਿੱਗਣ ਨਾਲ ਹੜ੍ਹ, 100 ਤੋਂ ਵੱਧ ਮੌਤਾਂ ਦਾ ਖਦਸ਼ਾ ਹੈ। ਉੱਤਰਾਖੰਡ ਦੇ ਵਿੱਚ ਬਰਫ਼ ਦੇ ਧੋਦੇ ਡਿੱਗੇ ਨੇ ਔਰ ਉਸ ਤੋਂ ਬਾਅਦ ਜਿਹੜੇ 100 ਲੋਕ ਨੇ ਉਹਨਾਂ ਦੀ ਮੌਤ ਦਾ ਜਿਹੜਾ ਹੈ ਇੱਕ ਖਦਸ਼ਾ ਜਿਹੜਾ ਜਤਾਇਆ ਜਾ ਰਿਹਾ ਹੈ। ਇੱਕ ਨਿਊਜ਼ ਜਿਹੜੀ ਹੈ ਪਹਿਲੇ ਪੇਜ ਦੇ ਉੱਤੇ ਛਪੀ ਹੈ ਔਰ ਇਹਦੇ ਉੱਤੇ ਵੀ ਉਹ ਸੇਮ ਡਿਟੇਲ ਜਿਹੜੀ ਹੈ ਉਹ ਦਿੱਤੀ ਹੈ ਜਿਹੜੀ ਇੰਗਲਿਸ਼ ਟ੍ਰਿਬਿਊਨ ਦੇ ਹੈ। ਅੱਗੇ ਵਧਦੇ ਹਾਂ ਤੇ ਇਸੇ ਅਖਬਾਰ ਨੇ ਜਿਹੜਾ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਅਗਲੀ ਖਬਰ ਜਿਹੜੀ ਹੈ ਉਹਨੂੰ ਬਹੁਤ ਡਿਟੇਲਿੰਗ ਦੇ ਕੇ ਛਾਪਿਆ ਹੈ। ਲਿਖਦੇ ਨੇ, ਖੇਤੀ ਕਾਨੂੰਨ ਰੱਦ ਹੋਣ ਤੱਕ ਘਰ ਵਾਪਸੀ ਨਹੀਂ ਟਿਕੈਤ। ਰਾਕੇਸ਼ ਟਿਕੈਤ ਨੇ ਲਗਾਤਾਰ ਇਹ ਕਹਿ ਦਿੱਤਾ ਹੈ ਕਿ ਲਗਾਤਾਰ ਉਹ ਕਹਿ ਰਹੇ ਨੇ ਕਿ ਅਸੀਂ ਉਦੋਂ ਤੱਕ ਘਰ ਨਹੀਂ ਜਾਵਾਂਗੇ ਜਦੋਂ ਤੱਕ ਜਿਹੜਾ ਹੈ ਕਾਨੂੰਨ ਵਾਪਸ ਨਹੀਂ ਕੀਤੇ ਜਾਣੇ। ਕਿਟਲਾਣਾ ਮਹਾਪੰਚਾਇਤ 'ਚ ਰਾਜੇਵਾਲ ਅਤੇ ਦਰਸ਼ਨਪਾਲ ਵੱਲੋਂ ਅੰਦੋਲਨ ਤੇਜ਼ ਕਰਨ ਦਾ ਸੱਦਾ ਹੈ। ਡਾਕਟਰ ਦਰਸ਼ਨਪਾਲ ਨੇ ਤੇ ਇਸ ਮਹਾਪੰਚਾਇਤ ਵਿੱਚ ਇਹ ਵੀ ਕਹਿ ਦਿੱਤਾ ਕਿ ਜੇ ਨੈਤਿਕ ਤੌਰ ਤੇ ਦੇਖਿਆ ਜਾਵੇ ਤਾਂ ਹਰਿਆਣਾ ਦੇ ਜਿਹੜੇ CM ਨੇ ਮਨੋਹਰ ਲਾਲ ਖੱਟਰ, ਉਹਨਾਂ ਨੂੰ ਜਿਹੜਾ CM ਬਣਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਜਦੋਂ ਲੋਕ ਜਿਹੜੇ ਨੇ, ਜਦੋਂ ਅਸੀਂ ਇੱਥੋਂ ਤੁਰੇ ਸੀ ਪੰਜਾਬ ਤੋਂ ਸੰਘਰਸ਼ ਦੇ ਲਈ ਤਾਂ ਇਹ ਸ਼ਾਂਤਮਈ ਸੰਘਰਸ਼ ਸੀਗਾ। ਉਹਨਾਂ ਨੇ ਇੱਦਾਂ ਦੇ ਜਿਹੜੇ ਸੀਲੇ ਵਸੀਲੇ ਕਰਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜੇ ਗੈਰ ਮਨੁੱਖੀ ਨੇ, ਗੈਰ ਲੋਕਤੰਤਰੀ ਨੇ, ਔਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ CM ਪਦ ਤੋਂ ਅਸਤੀਫਾ ਦੇ ਦੇਣ। ਵੈਸੇ ਜੇ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਡੈਮੋਕ੍ਰੇਸੀ ਇਜ਼ ਆਲ ਅਬਾਊਟ ਲੋਕ।
ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਪੀਪਲਸ ਦੀ ਗੱਲ ਕਰਦੇ ਹਾਂ। ਸੋ ਇਸ ਲਈ ਲੱਗਦਾ ਹੈ ਕਿ ਜਿਹੜੇ ਸਾਡੇ ਆਗੂ ਨੇ, ਯਾਨੀ ਕਿ ਜਿਹੜੇ CM ਨੇ ਹਰਿਆਣਾ ਦੇ ਮਨੋਹਰ ਲਾਲ ਖੱਟਰ, ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਬਾਕਸ ਪੌਪ ਬਣਾ ਕੇ ਇਹਨਾਂ ਨੇ ਖਬਰ ਲਾਈ ਹੋਈ ਹੈ, ਕਿਸਾਨਾਂ ਦਾ ਵਿਰੋਧ ਖਾਸ ਖੇਤਰ ਤੱਕ ਸੀਮਤ। ਨਰਿੰਦਰ ਸਿੰਘ ਤੋਮਰ ਜਿਹੜੇ ਨੇ ਸਾਡੇ ਐਗਰੀਕਲਚਰ ਮਿਨਿਸਟਰ, ਉਹਨਾਂ ਨੇ ਕਿਹਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਦਾ ਕੀਤਾ ਜਾ ਰਿਹਾ ਵਿਰੋਧ ਖਾਸ ਖੇਤਰ ਤੱਕ ਸੀਮਤ ਹੈ। ਉਹਨਾਂ ਆਸ ਜਤਾਈ ਕਿ ਇਸ ਮੁੱਦੇ ਤੇ ਬਣਿਆ ਜਿਹੜਾ ਜਮੂਦ ਹੈ ਜਲਦੀ ਹੀ ਟੁੱਟ ਜਾਵੇਗਾ। ਔਰ ਇਹ ਉਹਨਾਂ ਨੇ ਖਾਸ ਕਰਕੇ ਪੰਜਾਬ ਵੱਲ ਜਿਹੜਾ ਹੈ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਸਿਰਫ ਤੇ ਸਿਰਫ ਪੰਜਾਬ ਦੇ ਵੱਲੋਂ ਹੀ ਕੀਤਾ ਜਾ ਰਿਹਾ ਹੈ, ਬਾਕੀ ਕਿਸੇ ਸਟੇਟ ਵੱਲੋਂ ਨਹੀਂ ਕੀਤਾ ਜਾ ਰਿਹਾ। ਪਰ ਇਹ ਸ਼ਾਇਦ ਭੁੱਲ ਗਏ ਨੇ ਕਿ ਰਾਜਸਥਾਨ ਦੇ ਲੋਕ, ਉੱਤਰਾਖੰਡ ਦੇ ਲੋਕ, UP ਦੇ ਲੋਕ, ਹਰਿਆਣਾ ਦੇ ਲੋਕ ਲਗਾਤਾਰ ਉਸ ਜਗ੍ਹਾ ਦੇ ਉੱਤੇ ਆ ਰਹੇ ਨੇ। ਇਵਨ ਦੋ ਮੱਧ ਪ੍ਰਦੇਸ਼ ਤੋਂ ਲੋਕ ਆ ਰਹੇ ਨੇ। ਸ਼ਾਇਦ ਜਿਹੜੀ ਸਾਡੀ ਗਵਰਨਮੈਂਟ ਹੈ ਉਹ ਪ੍ਰੋਪੇਗੈਂਡਾ ਕਰ ਰਹੀ ਹੈ, ਔਰ ਕਦੀ ਕਦੀ ਕਹਿੰਦੇ ਨੇ ਕਿ ਅਸੀਂ ਕੌਨਸਪੀਰੈਂਸੀ, ਅਸੀਂ ਪ੍ਰੋਪੇਗੈਂਡਾ ਦੇ ਵਿੱਚ ਯਕੀਨ ਨਹੀਂ ਰੱਖਦੇ। ਇਸ ਤੋਂ ਇਲਾਵਾ ਸਾਡੇ ਕੈਪਟਨ ਅਮਰਿੰਦਰ ਵੱਲੋਂ ਜਿਹੜਾ ਹੈ ਲੋਕਾਂ ਦੀ ਸਲਾਮਤੀ ਲਈ ਕਾਮਨਾ ਕੀਤੀ ਹੈ। ਉਹਨਾਂ ਨੇ ਉੱਤਰਾਖੰਡ ਲੋਕਾਂ ਦੇ ਲਈ ਇੱਕ ਮੈਸੇਜ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਲੋਕ ਸਹੀ ਸਲਾਮਤ ਲੈਣ, ਅਰਦਾਸ ਕਰਦਾ ਹਾਂ ਕਿ ਉਹ ਠੀਕ ਹੋਣ। ਉਹਨਾਂ ਨੇ ਟਵੀਟ ਕੀਤਾ ਹੈ। ਸੋ ਵੈਲ ਇੱਕ ਤਰੀਕੇ ਦੇ ਨਾਲ ਇਹ ਮੋਰਲ ਜਿਹੜੀ ਹੈ ਰਿਸਪੌਂਸਿਬਿਲਿਟੀ ਹੀ ਬਣਦੀ ਹੈ ਕਿ ਜੇ ਕੋਈ ਕਿਤੇ ਆਪਦਾ ਆਉਂਦੀ ਹੈ ਤਾਂ ਹਰ ਲੋਕ ਜਿਹੜੇ ਉਹਦੇ ਨਾਲ ਖੜਨ, ਅਰਦਾਸ ਕਰਨ ਕਿ ਲੋਕ ਜਿਹੜੇ ਉੱਥੇ ਤੰਦਰੁਸਤ ਰਹਿਣ। ਇਹ ਸੀ ਪੰਜਾਬੀ ਟ੍ਰਿਬਿਊਨ। ਅੱਗੇ ਵਧਦਾ ਹੈ ਤੇ ਹਿੰਦੁਸਤਾਨ ਟਾਈਮਸ ਨੇ ਕੀ ਲਿਖਿਆ ਹੈ। ਹਿੰਦੁਸਤਾਨ ਟਾਈਮਸ ਜਿਹੜਾ ਹੈ ਉਹ ਮੋਦੀ ਨੂੰ ਬਣਾ ਕੇ ਆਪਣੀ ਹੈਡਲਾਈਨ ਲਿਖ ਰਿਹਾ ਨੇ, ਗਲੋਬਲ ਕਨਸਪੀਰੈਂਸੀ ਵਿਲ ਨਾਟ ਸਕਸੀਡ ਅਗੇਂਸਟ ਇੰਡੀਆ, PM ਨਰਿੰਦਰ ਮੋਦੀ ਨੇ ਇਹ ਕਿਹਾ ਹੈ। ਗੁਹਾਟੀ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਸੀਗੇ ਉਹ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਜਿਹੜੀ ਟਵਿੱਟਰ ਵਾਰ ਹੋ ਰਹੀ ਹੈ ਉਹ ਕਨਸਪੀਰੈਂਸੀ ਹੈ, ਪਰ ਇਹ ਕਨਸਪੀਰੈਂਸੀ ਜਿਹੜੀ ਹੈ ਉਹ ਫਾਰਸੀ ਜਿਹੜਾ ਉਹਨੂੰ ਸਫਲ ਨਹੀਂ ਹੋਣ ਦੇਵਾਂਗੇ। ਇੱਕ ਛੋਟਾ ਜਿਹਾ ਟਵੀਟ ਜਿਹੜਾ ਹੈ ਕੋਈ ਪੌਪ ਸਟਾਰ ਕਰ ਰਿਹਾ ਹੈ, ਮੈਂ ਰਿਹਾਨਾ ਦੀ ਗੱਲ ਕਰ ਰਿਹਾ ਹਾਂ। ਉਹ ਪੌਪ ਸਟਾਰ ਦਾ ਟਵੀਟ ਸਾਡੀ ਪੂਰੀ ਮਿਨਿਸਟਰੀ ਨੂੰ ਹਿਲਾ ਰਿਹਾ ਹੈ, ਔਰ ਉਸ ਤੋਂ ਬਾਅਦ ਇਹਨਾਂ ਨੂੰ ਇੰਨੇ ਟਵੀਟ ਕਰਨੇ ਪੈ ਰਹੇ ਨੇ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਪ੍ਰੋਪੇਗੈਂਡਾ ਜਿਹੜਾ ਹੈ ਉਹਨੂੰ ਐਂਟੀ ਪ੍ਰੋਪੇਗੈਂਡਾ ਬਣਾ ਰਹੇ ਹਾਂ, ਕਨਸਪੀਰੈਂਸੀ ਜਿਹੜੀ ਹੈ ਉਹਨੂੰ ਅਸੀਂ ਸਾਈਡ 'ਤੇ ਉਧੇੜ ਕੇ ਰੱਖ ਰਹੇ ਹਾਂ, ਪਰ ਸ਼ਾਇਦ ਲੋਕ ਜਿਹੜੇ ਨੇ ਉਹ ਸਭ ਕੁਝ ਸਮਝ ਰਹੇ ਨੇ। ਇਹ ਸੀ HT ਦੀ ਜਿਹੜੀ ਮੇਨ ਹੈਡਲਾਈਨ ਹੈ ਅੱਜ ਦੀ। ਇਸ ਤੋਂ ਇਲਾਵਾ ਨਵਾਂ ਜ਼ਮਾਨਾ ਜਿਹੜਾ ਹੈ ਉਹ ਲਿਖ ਰਿਹਾ ਹੈ। ਨਵਾਂ ਜ਼ਮਾਨਾ ਨੇ 2 ਹੈਡਲਾਈਨਸ ਬਣਾਈਆਂ ਨੇ ਆਪਣੇ ਫਸਟ ਪੇਜ ਦੇ ਉੱਤੇ। ਫਸਟ ਜਿਹੜੀ ਹੈਡਲਾਈਨ ਹੈ, ਉੱਤਰਾਖੰਡ 'ਚ ਗਲੇਸ਼ੀਅਰ ਡਿੱਗਣ ਨਾਲ ਭਾਰੀ ਤਬਾਹੀ, ਪਾਵਰ ਪ੍ਰੋਜੈਕਟ ਰੁੜ ਗਿਆ। ਸਾਰਿਆਂ ਨੇ ਇਸ ਦਾ ਬਹੁਤ ਖਦਸ਼ਾ ਜਿਹੜਾ ਹੈ ਉਹ ਪ੍ਰਗਟਾਇਆ ਹੈ ਕਿ ਇਹ ਪ੍ਰੋਜੈਕਟ ਜਿਹੜਾ ਹੈ ਬਹੁਤ ਪੈਸੇ ਲੱਗੇ ਹੋਏ ਸੀਗੇ, ਸਰਕਾਰ ਦਾ ਬਹੁਤ ਸਰਮਾਇਆ ਲੱਗਾ ਸੀ ਇਸ ਪ੍ਰੋਜੈਕਟ ਦੇ ਉੱਤੇ, ਔਰ ਇਹ ਨੂੰ ਜਿਹੜਾ ਹੈ ਇੰਜ ਮਲਿਆ ਮੇਟ ਹੁੰਦਿਆਂ ਦੇਖਦੇ ਹਰ ਕੋਈ ਕਹਿੰਦਾ ਹੈ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਪਰ ਕਿਤੇ ਨਾ ਕਿਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਕਿੰਨੀ ਕੁ ਪ੍ਰੀਕਾਸ਼ਨਸ ਲਈ ਗਈ, ਕਿੰਨੀਆਂ ਕੁ ਜਿਹੜੀਆਂ ਅਲਾਰਮਿੰਗ ਸਿਚੁਏਸ਼ਨ ਸੀ ਅਸੀਂ ਉਹਨਾਂ ਨੂੰ ਧਿਆਨ ਨਾਲ ਲਿਆ। ਸਰਕਾਰ ਸ਼ਾਇਦ ਇਹ ਚੀਜ਼ਾਂ ਨਹੀਂ ਦੇਖ ਰਹੀ। ਇਸ ਤੋਂ ਇਲਾਵਾ ਦੂਸਰੀ ਜਿਹੜੀ ਹੈਡਲਾਈਨ ਹੈ ਉਹ ਕਿਟਲਾਨਾ ਮਹਾਪੰਚਾਇਤ ਦੀ ਵਿਆਪਕ ਲਾਮਬੰਦੀ ਹੈ ਲਿਖਿਆ ਹੈ। ਔਰ ਇਸ ਤੋਂ ਬਾਅਦ ਸਬ ਹੈਡਲਾਈਨਸ ਨੇ ਅੰਦੋਲਨ ਹੋਰ ਮਜ਼ਬੂਤ ਕਰਨ ਲਈ ਨੌਜਵਾਨ ਅੱਗੇ ਆਉਣ, ਰਾਜੇਵਾਲ ਨੇ ਇਹ ਕਿਹਾ। ਸਰਕਾਰ ਨੇ ਕਿਸਾਨਾਂ ਨੂੰ ਸਿੱਖ ਗੈਰ ਸਿੱਖ 'ਚ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਰਕੇਸ਼ ਟਕੈਤ ਨੇ ਇਹ ਗੱਲ ਕਹੀ ਹੈ। ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਸਰਕਾਰ ਇੱਕ ਬਹੁਤ ਵੱਡੇ ਪ੍ਰੋਪੇਗੈਂਡੇ ਅੰਡਰ ਜਿਹੜਾ ਕੰਮ ਕਰ ਰਹੀ ਸੀਗੀ। ਪਹਿਲਾਂ ਉਹਨਾਂ ਨੇ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਨੂੰ ਇੱਕ ਧਰਮ ਦੇ ਨਾਲ ਸੰਬੰਧਿਤ ਕਰਨ ਦਾ ਜਿਹੜਾ ਸੀਗਾ ਯਤਨ ਕੀਤਾ। ਜਦੋਂ ਉਹ ਨਹੀਂ ਪੂਰੇ ਹੋਏ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਿਰਫ ਪੰਜਾਬੀਆਂ ਦਾ ਹੈ। ਜਦੋਂ ਉਹ ਨਹੀਂ ਪੂਰੇ ਹੋਏ ਤੇ ਫਿਰ ਉਹਨਾਂ ਨੇ ਲਿਆ ਕਿ ਇਹ ਐਂਟੀ ਨੈਸ਼ਨਲ ਹੈ, ਪਾਕਿਸਤਾਨ ਸਪੋਰਟਰ ਨੇ, ਖਾਲਿਸਤਾਨ ਸਪੋਰਟਰ ਨੇ, ਇੱਦਾਂ ਦੇ ਨਾਂ ਦਿੱਤੇ। ਫਿਰ ਉਸ ਤੋਂ ਬਾਅਦ ਸੋਨੇ ਤੇ ਸੁਹਾਗਾ 26 ਜਨਵਰੀ ਦੀ ਘਟਨਾ, ਜਿਨ੍ਹਾਂ ਨੇ ਇੱਕ ਤਰੀਕੇ ਦੇ ਨਾਲ ਬਾਈਟ ਦੇ ਦਿੱਤੀ ਇਹਨਾਂ ਲੋਕਾਂ ਨੂੰ ਜਿਹੜੇ ਕੁਛ ਨਾ ਕੁਛ ਕਹਿ ਰਹੇ ਸੀਗੇ। ਸੋ ਇਹ ਜਿਹੜੀ ਹੋਲ ਘਟਨਾ ਹੈ ਇੱਕ ਤਰੀਕੇ ਦੇ ਨਾਲ ਉਹ ਚੀਜ਼ ਹੈ ਜਿਹੜੀ ਕਿ ਹਮੇਸ਼ਾ ਲੋਕਾਂ ਦੇ ਦਿਮਾਗ ਦੇ ਵਿੱਚ ਰਹੇਗੀ। ਹੁਣ ਲੋਕ ਵੀ ਟਵਿੱਟਰ ਦੇ ਉੱਤੇ ਆ ਚੁੱਕੇ ਨੇ, ਸੋਸ਼ਲ ਸਾਈਟਸ ਦੇ ਉੱਤੇ ਜਾ ਚੁੱਕੇ ਨੇ। ਅੱਜ ਕੱਲ੍ਹ ਉਹ ਵੀ ਹਰ ਨਿਊਜ਼ ਨੂੰ 2-3 ਵਾਰ ਵੇਖਦੇ ਨੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸਲੀ ਸੱਚਾਈ ਕੀ ਹੈ। ਸਮਾਂ ਬਦਲਿਆ ਹੈ, ਸਮੇਂ ਬਦਲਣ ਦੇ ਨਾਲ ਲੋਕ ਬਦਲੇ ਨੇ, ਔਰ ਲੋਕ ਜਿਹੜੇ ਨੇ ਉਹ ਇਨਫੋਰਮੇਸ਼ਨ ਦੇ ਯੁੱਗ ਦੇ ਵਿੱਚ ਆਪਣੇ ਆਪ ਨੂੰ ਸਟੀਕ ਇਨਫੋਰਮੇਸ਼ਨ ਦੇ ਕੋਲ ਲਿਜਾਣਾ ਸਿੱਖ ਗਏ ਨੇ। ਸੋ ਇਹ ਸੀ ਅੱਜ ਦੀ ਜਿਹੜਾ ਸਾਡਾ ਅਖਬਾਰਨਾਮਾ। ਮੈਂ ਹਰ ਰੋਜ਼ ਆਉਂਦਾ ਰਹਾਂਗਾ ਤੁਹਾਡੇ ਨਾਲ, ਅਖਬਾਰਾਂ ਸਾਂਝੀਆਂ ਕਰਦਾ ਰਹਾਂਗਾ ਕਿ ਕੀ ਕਹਿ ਰਹੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ।